ਅਸੀਂ ਆਪਣੇ ਆਪ ਨੂੰ ਸਿੱਖ ਤਾਂ ਅਖਵਾਉਂਦੇ ਹਾਂ, ਪਰ ਕੀ ਅਸੀਂ ਵਾਕਿਆ ਵਿੱਚ ਹੀ ਸਿੱਖ ਹਾਂ? ਸਿੱਖ ਕੌਣ ਹੈ? ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨੂੰ ਜਿੱਥੇ ਕਿ ਅਸੀਂ ਸਿਰਫ ਨਮਸਤਕ ਹੁੰਦੇ ਹਾਂ, ਇਸ ਵਿੱਚੋਂ ਕਿਉਂ ਨਹੀਂ ਉਹ ਸੋਚ ਜਿਹੜੀ ਸਾਡੇ ਜੀਵਨ ਦੇ ਵਿੱਚ ਲਾਗੂ ਹੋਣੀ ਚਾਹੀਦੀ, ਉਸ ਤੋਂ ਅਸੀਂ ਕਿਉਂ ਦੂਰ ਹੁੰਦੇ ਜਾ ਰਹੇ ਹਾਂ? ਗੁਰਦੁਆਰਿਆਂ ਵਿੱਚ ਅੱਜ ਕੁਝ ਕੀ ਚੱਲ ਰਿਹਾ ਉਸ ਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਗਿਆਨੀ ਜਗਦੀਸ਼ ਸਿੰਘ ਜੀ ਨਾਲ, ਜਿਹੜੇ ਕਿ ਹੈੱਡ ਪ੍ਰੀਸਟ ਹਨ ਗੁਰਦੁਆਰਾ ਸਾਹਿਬ ਸਿੰਘ ਸਭਾ ਸਰੀ ਦੇ ਵਿੱਚ। ਆਓ ਹੋਰ ਜਾਣਕਾਰੀ ਲੈਣੇ। ਜੀ ਭਾਈ ਸਾਹਿਬ। ਹਾਂਜੀ, ਤੁਸੀਂ ਕੀਤੀ ਵੀ ਸਿੱਖ ਕੌਣ ਆ? ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਵੀ ਸਿੱਖ ਕੌਣ ਆ ਜੀ। ਉਹ ਸਤਿਗੁਰ ਕਹਿੰਦੇ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਛਕਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਸਿੱਖ ਤੇ ਇਹ ਆ ਵੀ ਅੰਮ੍ਰਿਤ ਵੇਲੇ ਉੱਠੇ। ਤੇ ਹੁਣ ਸਾਡੇ ਸਿੱਖ ਕੋਲੋਂ ਗੁਰਮੁਖ ਪਿਆਰਿਓ ਨਾ ਤੇ ਅੰਮ੍ਰਿਤ ਵੇਲਾ ਰਹਿ ਗਿਆ ਜੀ, ਖਿਮਾ ਕਰਨਾ, ਤੇ ਨਾ ਜਿਹਦੇ ਕੋਲ ਅੰਮ੍ਰਿਤ ਵੇਲਾ ਨਹੀਂ ਉਹਦੇ ਕੋਲ ਲਾਜ਼ਮੀ ਅੰਮ੍ਰਿਤ ਨਹੀਂ ਰਹੇਗਾ। ਜਿਹਨੇ ਅੰਮ੍ਰਿਤ ਵੇਲੇ ਦੀ ਸਾਂਭ ਕੀਤੀ ਆ, ਅੰਮ੍ਰਿਤ ਵੇਲਾ ਤਾਂ ਉਹਦੇ ਕੋਈ ਹੋਗਾ। ਅੱਜ ਸਿੱਖ ਜਿਹੜਾ ਨਾ, ਉਹ ਪੰਜਾਬੀ ਦਾ ਇੱਕ ਖਾਣ ਹੈ, ਚੱਟ ਮੰਗਣੀ ਤੇ ਪੱਟ ਵਿਆਹ, ਵੀ ਅਸੀਂ ਗੁਰਦੁਆਰੇ ਜਾਈਏ, ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ ਤੇ ਸਾਡਾ ਕਾਰਜ ਹੋਵੇ। ਜੇ ਇਸੇ ਗੱਲਾਂ ਨਾ ਹੁੰਦਾ ਤੇ ਸਤਿਗੁਰ ਗੁਰਮੁਖ ਪਿਆਰੋ ਇੰਨਾ 1430 ਜੋ ਸਤਿਗੁਰ ਨੇ ਬਾਣੀ ਦਾ ਐਡਾ ਭੰਡਾਰਾ ਸਾਨੂੰ ਬਖਸ਼ਿਸ਼ ਕੀਤਾ, ਤੇ ਇਹਨੂੰ ਐਡਾ ਦੇਣ ਦੀ ਕੀ ਲੋੜ ਸੀ? ਉਹ ਤੇ ਗੁਰਮੁਖ ਪਿਆਰੋ ਅੱਜ ਜਿਵੇਂ ਅੱਜ ਦਾ ਕੰਮ ਚੱਲ ਰਿਹਾ, ਔਰ ਬਹੁਤ ਸਾਰੇ ਸਿਧਾਂਤ ਜਿਹੜੇ ਸਾਡੇ ਬਿਲਕੁਲ ਟੁੱਟਦੇ ਜਾਂਦੇ ਨੇ। ਪਹਿਲਾਂ ਗੁਰਮੁਖ ਪਿਆਰਿਓ ਕੀ ਹੁੰਦਾ ਸੀ? ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਦੀ ਸੇਵਾ ਹੁੰਦੀ ਸੀ ਜੀ, ਸਹਿਜ ਪਾਠ ਦੀ ਸੇਵਾ ਹੁੰਦੀ ਸੀ, ਔਰ ਸ਼ਰਧਾ ਨਾਲ ਲੋਕੀ ਪਿੰਡਾਂ ਵਿੱਚ ਸੁਣਨ ਜਾਂਦੇ ਸੀ। ਉੱਥੇ ਘਰਾਂ ਦੇ ਵਿੱਚ ਕੋਈ ਲੰਗਰ ਨਹੀਂ ਸੀ, ਨਾ ਕੋਈ ਗੁਰਮੁਖ ਪਿਆਰੇ ਉਹੋ ਜਿਹੀ ਸੀ ਸੇਵਾ ਸੀ, ਲੇਕਿਨ ਸ਼ਰਧਾ ਇੰਨੀ ਸੀ ਕਿ ਗੁਰੂ ਦੀ ਕਿਰਪਾ ਨਾਲ ਅਖੰਡ ਪਾਠ ਸਾਹਿਬ ਦੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਤੇ ਅਸੀਂ ਬਹਿ ਕੇ ਜਾ ਕੇ ਸੁਣੀਏ, ਔਰ ਹਰ ਇੱਕ ਪ੍ਰਾਣੀ ਆ ਕੇ ਸੁਣਦਾ ਸੀ। ਅੱਜ ਗੁਰਮੁਖ ਪਿਆਰਿਓ ਇਸ ਗੱਲ ਦਾ ਜਿੰਨਾ ਪ੍ਰਮਾਰ ਅੱਜ ਵਾ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸੱਚ ਜਾਣਿਓ, ਲੋਗਨ ਰਾਮ ਖਲੋਣਾ ਜਾਣਾ। ਸਿੱਖ ਸਿਧਾਂਤ ਤੇ ਇਹ ਆ, ਮਰਿਆਦਾ ਤੇ ਇਹ ਆ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੋਵੇ ਨਾ, ਉੱਥੇ ਤੇ ਨਾ ਕੀਰਤਨ ਹੋ ਸਕਦਾ, ਨਾ ਕਥਾ ਹੋ ਸਕਦੀ, ਨਾ ਉੱਥੇ ਕੋਈ ਹੋਰ ਸਿਧਾਂਤ ਚੱਲਦਾ, ਨਾ ਉਸ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਗੁਰਮੁਖ ਪਿਆਰੇ ਦੂਜਾ ਅਖੰਡ ਪਾਠ ਹੀ ਆਰੰਭ ਕੀਤਾ ਜਾ ਸਕਦਾ। ਪਰ ਅੱਜ ਜੋ ਕੁਝ ਗੁਰਦੁਆਰਿਆਂ ਦੀ ਹਾਲਤ ਹੈ ਸਾਡਿਆਂ ਦੀ, ਜੋ ਅਸੀਂ ਕਰ ਰਹੇ ਹਾਂ, ਇਹ ਖਿਮਾ ਕਰਨਾ, ਇਹ ਗੁਰਮਤ ਦਾ ਪ੍ਰਚਾਰ ਤੇ ਗੁਰੂ ਦੇ ਪ੍ਰਚਾਰ ਦੇ ਸਿਧਾਂਤ ਵਾਲੀ ਗੱਲ ਨਹੀਂ ਹੈਗੀ। ਇਹ ਸਾਡੀ, ਮੈਂ ਖਿਮਾ ਕਰਨਾ, ਜਿਵੇਂ ਬਾਹਰ ਬਿਜ਼ਨਸ ਦੇ ਵਿੱਚ ਕੰਪੀਟੀਸ਼ਨ ਚੱਲ ਰਿਹਾ ਨਾ, ਇਸ ਤਰ੍ਹਾਂ ਅੱਜ ਗੁਰਦੁਆਰਿਆਂ ਦੇ ਵਿੱਚ ਕੰਪੀਟੀਸ਼ਨ ਚੱਲ ਰਿਹਾ। ਇੱਕ ਪਾਸੇ ਤੇ ਮਰਿਆਦਾ ਦੀ ਗੱਲ ਕਰਕੇ ਇਹ ਗੱਲ ਕਰੀ ਦੀ ਭਾਈ ਸਾਡਾ ਸਿਧਾਂਤ ਆ ਵਾ, ਤੇ ਦੂਜਾ ਗੁਰਦੁਆਰਾ ਸਾਹਿਬ ਇਹ ਕਹਿੰਦਾ ਵੀ ਕੋਈ ਗੱਲ ਨਹੀਂ, ਜੇ ਉਧਰ ਨਹੀਂ ਹੁੰਦਾ ਤੇ ਤੁਸੀਂ ਸਾਡੇ ਕੋਲ ਆ ਜਾਓ, ਅਸੀਂ ਤੁਹਾਡਾ ਕਰਨ ਨੂੰ ਤਿਆਰ ਆ। ਕਿ ਇੱਕ ਪਾਸੇ ਤੇ ਕੁਛ ਹੋ ਰਿਹਾ, ਇੱਕ ਪਾਸੇ ਕੁਛ ਹੋ ਰਿਹਾ। ਜਿੰਨਾ ਚਿਰ ਇਹ ਸਾਰੀ ਗੱਲ ਜਿਹੜੀ ਆ ਇੱਕ ਲੈਵਲ ਤੇ ਨਹੀਂ ਆਉਂਦੀ, ਕਿਉਂਕਿ ਸਤਿਗੁਰ ਨੇ ਸਾਨੂੰ ਇੱਕ ਨਾਲ ਜੋੜਿਆ, ਤੇ ਅੱਜ ਅਸੀਂ ਬਹੁਤ ਸਾਰੀਆਂ ਵੰਡੀਆਂ ਪਾ ਕੇ ਤੇ ਆਪੋ ਆਪਣੇ ਹਿਸਾਬ ਦੇ ਨਾਲ ਗੁਰਦੁਆਰਿਆਂ ਦੇ ਵਿੱਚ ਅਸੀਂ ਸੇਵਾ ਜਿਹੜੀ ਹੈ ਸ਼ੁਰੂ ਕਰਤੀ। ਤੇ ਸੱਚ ਜਾਣਿਓ, ਸੰਗਤਾਂ ਵੀ ਭੰਬਲ ਭੂਸੇ 'ਚ ਪਈਆਂ ਹੋਈਆਂ ਕਿ ਅਸੀਂ ਕਰੀਏ ਤੇ ਕੀ ਕਰੀਏ। ਕੋਈ ਆਣ ਕੇ ਕੁਛ ਕਹਿੰਦਾ, ਕੋਈ ਆਣ ਕੇ ਕੁਛ ਕਹਿੰਦਾ, ਕੋਈ ਕੁਛ ਸਿਧਾਂਤ ਦਾ ਕੋਈ ਕੁਛ ਸਿਧਾਂਤ ਦਾ ਤਾ। ਖਿਮਾ ਕਰਨਾ, ਉਹਨਾਂ ਤੇ ਸਾਨੂੰ ਇੱਕ ਨਾਲ ਜੋੜਿਆ ਸੀ, ਅਸੀਂ ਖਿਮਾ ਕਰਨਾ ਸਿੱਖ ਇੱਕ ਰਹਿ ਹੀ ਨਹੀਂ ਗਿਆ, ਔਰ ਸਿੱਖ ਦਾ ਤੇ ਆਪੋ ਆਪਣਾ ਸਿਧਾਂਤ ਬਣ ਗਿਆ, ਜਿਹਦੇ ਨਾਲ ਸੰਗਤਾਂ ਦੇ ਵਿੱਚ ਇਹੋ ਜਿਹਾ ਪ੍ਰਭਾਵ ਪੈ ਗਿਆ ਵੀ ਚਲੋ ਅਸੀਂ ਲੈਣਾ ਕੀ ਆ, ਜੇ ਇੱਥੇ ਸੁਣਿਆ ਤੇ ਉੱਥੇ ਸੁਣਿਆ ਤੇ ਸਭ ਵੱਖ-ਵੱਖ। ਤੇ ਜੇ ਕਿਤੇ ਪ੍ਰਚਾਰ ਸਾਡਾ ਇੱਕ ਹੋ ਜੇ, ਸਿਧਾਂਤ ਸਾਡਾ ਇੱਕ ਹੋ ਕੇ, ਮਰਿਆਦਾ ਸਾਡੀ ਇੱਕ ਹੋ ਜੇ, ਗੁਰੂ ਦੀ ਇੱਕ ਬਾਣੀ ਦੀ ਸਾਡੀ ਗੱਲ ਹੋ ਜਾਏ, ਤੇ ਸਾਰਾ ਪ੍ਰਚਾਰ ਇੱਕ ਹੋ ਜਾਏ, ਤੇ ਸੱਚ ਜਾਣਿਓ ਸਾਰਿਆਂ ਨੂੰ ਸਭ ਕੁਝ ਪਤਾ ਲੱਗ ਜਾ। ਅੱਜ ਮਨੁੱਖ ਸਵਾਏ ਕੁਛ ਕਰਨ ਤੋਂ, ਕਰਨ ਦੀ ਬਜਾਏ ਕਿ ਮੈਂ ਖੁਦ ਕਰਾਂ, ਕਿਉਂਕਿ ਗੁਰੂ ਦਾ ਸਿਧਾਂਤ ਹੈ ਕਿ ਜਿੰਨਾ ਚਿਰ ਗੁਰਮੁਖ ਪਿਆਰਾ ਤੂੰ ਖੁਦ ਨਹੀਂ ਨਾ ਕਰਦਾ, ਉਹਨਾਂ ਚਿਰ ਗੱਲ ਨਹੀਂ ਬਣਨੀ। ਜੇ ਗੱਲ ਬਣਦੀ ਹੁੰਦੀ ਤੇ ਸਤਿਗੁਰ ਨੇ ਇਹ ਕਿਉਂ ਕਹਿਣਾ ਸੀ, ਕਿਆ ਪੜ੍ਹੀਏ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣਿਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰਾ। ਸਤਿਗੁਰੂ ਨੇ ਦਿਹਾੜੇ ਦੇ ਦੀਪਕ ਚਾਹੀਏ, ਇੱਕ ਬਸਤ ਗੋਚਰ ਲਈਏ, ਬਸਤ ਗੋਚਰ ਪਾਈ, ਘੱਟ ਦੀਪਕ ਰਿਆ ਸਬਾਈ, ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੇ ਤੋ ਕਿਆ ਕੀ। ਭਗਤ ਜੀ ਕਹਿੰਦੇ ਨੇ, ਕਹਿੰਦੇ ਭਾਈ ਪੜ੍ਹਨ ਦਾ, ਸੁਣਨ ਦਾ ਤੇ ਗਾਉਣ ਦਾ ਕੀ ਲਾਭ, ਜੇ ਤੇਰਾ ਜੀਵਨ ਹੀ ਨਹੀਂ ਬਦਲਿਆ। ਜੇ ਪੱਥਰ ਦੇ ਪਾਣੀ 'ਚ ਕੱਢੀਏ ਰੱਖੀਏ ਤੇ 20 ਸਾਲ ਬਾਅਦ ਕੱਢੀਏ ਤੇ ਸੁੱਕੇ ਦਾ ਸੁੱਕਾ, ਅਸੀਂ ਸੰਗਤ ਵੀ ਕਰੀਏ, ਅਸੀਂ ਅਖੰਡ ਪਾਠ ਵੀ ਕਰਾਈਏ, ਅਸੀਂ ਸਹਿਜ ਪਾਠ ਵੀ ਕਰਾਈਏ, ਅਸੀਂ ਕੀਰਤਨ ਵੀ ਕਰਾਈਏ, ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੋਵੇ, ਹਾਜ਼ਰੀ ਵੀ ਦੀਵਾਨ ਵਿੱਚ ਭਰੀ ਹੋਵੇ, ਤੇ ਸਾਡੇ ਸਿੱਖੀ ਸਿਧਾਂਤ ਤੇ ਸਾਡੇ ਆਪਣੇ ਮਨ ਦੇ ਸੁਭਾਅ ਵਿੱਚ ਕੋਈ ਤਬਦੀਲੀ ਨਾ ਹੋਵੇ। ਅਸੀਂ ਨਾ ਸਿੱਖੀ ਧਾਰਨ ਕਰੀਏ, ਨਾ ਸਿੱਖੀ ਦੇ ਅਸੂਲਾਂ ਤੇ ਚੱਲੀਏ, ਨਾ ਗੁਰੂ ਦੇ ਅਸੂਲਾਂ ਦੀ ਕੋਈ ਗੱਲ ਕਰਨ ਦਾ ਯਤਨ ਕਰੀਏ, ਤੇ ਅਸੀਂ ਫਿਰ ਜੇ ਉੱਥੇ ਤੇ ਉੱਥੇ ਰਹੀਏ। ਤਾਂ ਮੈਂ ਫਿਰ ਉਦਾਹਰਨ ਦੇਣਾ ਨਾ ਵੀ ਪੱਥਰ ਸਮੁੰਦਰ ਦੇ ਵਿੱਚ ਪਿਆ ਹੋਵੇ, 20 ਸਾਲ ਪਿਆ, ਬਾਹਰ ਕੱਢੋ ਤੇ ਸੁੱਕੇ ਦਾ ਸੁੱਕਾ। ਸਾਡੀ ਤੇ ਗੱਲ ਉਹ ਆ ਵੀ ਅਸੀਂ ਇੱਕ ਸਿਧਾਂਤ ਹੀ ਬਣਿਆ ਵੀ ਚਲੋ ਵੀ ਗੁਰਦੁਆਰਾ ਸਾਹਿਬ ਚੱਲੀਏ ਤੇ ਮੱਥਾ ਟੇਕ ਆਈਏ। ਇਹ ਮੱਥਾ ਟੇਕਣ ਦਾ ਸਿਧਾਂਤ ਨਹੀਂ ਗੁਰਦੁਆਰਾ ਸਾਹਿਬ, ਤੇ ਗੁਰਦੁਆਰੇ ਸਾਹਿਬ ਤੇ ਸਿਧਾਂਤ ਹੈ ਵੀ ਚਲੋ ਵੀ ਗੁਰੂ ਦੇ ਘਰ ਚੱਲੀਏ ਤੇ ਗੁਰੂ ਦੀ ਬਾਣੀ, ਗੁਰੂ ਦੀ ਕਥਾ, ਗੁਰੂ ਦੀ ਵਿਚਾਰ, ਗੁਰੂ ਦੇ ਬਚਨ ਨੂੰ ਸੁਣੀਏ, ਤੇ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਤੋਰਨ ਦਾ ਯਤਨ ਕਰੀਏ। ਅੱਜ ਰੁਝਾਨ ਬਣ ਗਿਆ
ਕਿ ਸੱਦਾ ਪੱਤਰ ਹੋਵੇ ਤੇ ਅਸੀਂ ਗੁਰਦੁਆਰੇ ਜਾਣਾ, ਉਦਾਂ ਤੇ ਅਸੀਂ ਗੁਰਦੁਆਰੇ ਜਾਣ ਨੂੰ ਤਿਆਰ ਨਹੀਂ। ਤੁਸੀਂ ਦੇਖ ਲਓ ਵੀਕ ਡੇਜ਼ ਦੇ ਵਿੱਚ ਕੀਰਤਨ ਰੋਜ਼ ਹੁੰਦਾ, ਸਵੇਰੇ ਸ਼ਾਮ ਦੁਪਹਿਰੇ, ਲੇਕਿਨ ਸੰਗਤ ਦੀ ਹਾਜ਼ਰੀ ਹੁੰਦੀ। ਵੀਕਐਂਡ ਤੇ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਪੁੱਛੋ ਵੀ ਕਿੱਧਰ ਆਏ ਜੇ, ਉਹ ਨਹੀਂ ਪੁੱਛਦੇ ਵੀ ਅਸੀਂ ਗੁਰਦੁਆਰਾ ਸਾਨੂੰ ਆਣ ਕੇ ਪੁੱਛਣਗੇ ਜੀ ਫਲਾਣੇ ਦਾ ਅਖੰਡ ਪਾਠ ਕਿੱਥੇ ਆ, ਫਲਾਣੇ ਦਾ ਕੀਰਤਨ ਕਿੱਥੇ ਹੋ ਰਿਹਾ, ਫਲਾਣੇ ਦੇ ਲੰਗਰ ਦੀ ਸੇਵਾ ਕਿੱਥੇ ਹੋ ਰਹੀ ਆ। ਇੱਕ ਪ੍ਰਾਣੀ ਆਇਆ ਗੁਰਮੁਖ ਪਿਆਰਿਓ, ਮੈਂ ਉਹਨੂੰ ਕਿਹਾ ਭਾਈ ਸਾਹਿਬ ਜੀ ਤੁਸੀਂ ਕਿੱਧਰ ਲੰਗਰ ਛਕਣ ਤੁਰ? ਮੈਂ ਕਿਹਾ ਭਾਈ ਸਾਹਿਬ ਜੀ ਇੱਧਰ ਕੀਰਤਨ ਹੁੰਦਾ। ਕਹਿਣ ਲੱਗਾ ਕਿ ਬਾਬਾ ਜੀ ਵੇਖੋ ਗੱਲ ਸੁਣੋ, ਸਾਨੂੰ ਲੰਗਰ ਦਾ ਸੱਦਾ ਵਾ, ਸਾਨੂੰ ਕੀਰਤਨ ਦਾ ਸੱਦਾ ਨਹੀਂ ਆ। ਵੀ ਜੇ ਸਾਨੂੰ ਕੀਰਤਨ ਦਾ ਸੱਦਾ ਹੋਵੇ ਤਾਂ ਅਸੀਂ ਕੀਰਤਨ ਸੁਣੀਏ। ਸਾਨੂੰ ਤੇ ਸਾਰਿਆਂ ਨੇ ਕਿਹਾ ਵੀ ਸਾਨੂੰ ਲੰਗਰ ਦਾ ਸੱਦਾ। ਔਰ ਖਿਮਾ ਕਰਨਾ ਸਾਡਾ ਟ੍ਰੈਂਡ ਵੀ ਐਸਾ ਬਣ ਗਿਆ, ਜਿਹਨੂੰ ਅਸੀਂ ਫੋਨ ਕਰਕੇ ਕਹਿੰਦੇ ਨਾ ਵੀ ਸਾਡੇ ਵੱਲੋਂ ਗੁਰਦੁਆਰੇ ਪ੍ਰੋਗਰਾਮ ਆ ਤੇ ਸਾਨੂੰ ਇਹੋ ਹੀ ਕਹਿਣਗੇ ਜੀ ਸਾਡੇ ਵੱਲੋਂ ਲੰਗਰ ਵਾ ਗੁਰੂ ਕਾ ਗੁਰਦੁਆਰੇ ਤੇ ਆਇਓ। ਉਹ ਕਹਿੰਦੇ ਵੀ ਕੀਰਤਨ ਦੀ ਤੇ ਕਥਾ ਦੀ ਤੇ ਵਿਚਾਰ ਹੀ ਕੋਈ ਨਹੀਂ। ਔਰ ਸਿਮਾ ਕਰਨਾ ਜੇ ਕਿਤੇ ਲੰਗਰ ਤੇ ਖੰਡ ਪਾਠਾਂ ਦੀ ਪ੍ਰਭਾਵ ਹੋਵੇ ਨਾ ਜੋ ਚੱਲ ਰਹੇ ਨੇ ਤੇ ਹਾਜ਼ਰੀ ਲੰਗਰ 'ਚ ਹੀ ਜ਼ਿਆਦਾ ਹੁੰਦੀ ਆ। ਤੇ ਦਾਸ ਕਈ ਵਾਰ ਬੇਨਤੀ ਕਰਦਾ ਵੀ ਸਟੇਜ ਚੋਂ ਕਿ ਉੱਥੇ ਕਿਉਂ ਨਾ ਲੈ ਜਾਈਏ, ਭਈ ਉੱਥੇ ਹੀ ਕੀਰਤਨ ਕਰਿਆ ਕਰੀਏ, ਨਾਲੇ ਲੋਕੀ ਛਕਦੇ ਰਹਿਣ ਤੇ ਨਾਲੇ ਲੋਕੀ ਕੀਰਤਨ ਸੁਣ ਲੈਣ। ਪਰ ਖਿਮਾ ਕਰਨਾ ਦਰਬਾਰ ਦੇ ਵਿੱਚ ਤਾਂ ਹਾਜ਼ਰੀ ਹੁੰਦੀ ਨਹੀਂ, ਔਰ ਨਾ ਘਰਾਂ ਵਾਲਿਆਂ ਦੀ ਤੇ ਨਾ ਉਹਨਾਂ ਦੇ ਰਿਸ਼ਤੇਦਾਰਾਂ ਦੀ। ਘਰਾਂ ਵਾਲਿਆਂ ਨੂੰ ਵੀ ਖੰਡ ਪਾਠ ਆਰੰਭ ਕਰਨ ਤੋਂ ਪਹਿਲਾਂ ਦਾਸ ਅੱਧਾ ਘੰਟਾ ਤਕਰੀਬਨ ਗੁਰਮਤਿ ਦੀ ਮਰਿਆਦਾ ਅਨੁਸਾਰ ਸਮਝਾਉਣ ਦਾ ਯਤਨ ਕਰਦਾ ਵੀ ਖੰਡ ਪਾਠ ਹੈ ਕੀ। ਹੁਣ ਮੈਂ ਬੋਲਦਾ ਹਾਂ ਤੇ ਅੱਗੇ ਸੁਣਨ ਵਾਲਾ ਕੋਈ ਨਾ ਹੋਵੇ ਤੇ ਮੇਰੇ ਬੋਲਣ ਦਾ ਵੀ ਕਿਹਾ। ਤੇ ਗੁਰੂ ਮਹਾਰਾਜ ਦਾ ਜਿਹੜਾ ਅਖੰਡ ਪਾਠ ਚੱਲਣਾ ਉਹ ਗੁਰੂ ਪਾਤਸ਼ਾਹ ਸਾਨੂੰ ਆਪਣੇ ਉਪਦੇਸ਼ ਬਚਨਾਂ ਰਾਹੀਂ ਸੁਣਾਉਂਦੇ ਆ। ਤੇ ਜੇ ਅੱਗੇ ਸੁਣਨ ਵਾਲਾ ਹੀ ਕੋਈ ਨਹੀਂ ਤੇ ਫਿਰ ਗੁਰੂ ਦੇ ਬਚਨਾਂ ਦਾ ਸਾਨੂੰ ਫਿਰ ਲਾਭ ਵੀ ਕੀ ਹੁੰਦਾ। ਅੱਜ ਇਹ ਗੱਲ ਦਾ ਜਿਹੜਾ ਖਾਸ ਤੌਰ ਤੇ ਗੁਰਮੁਖ ਪਿਆਰਿਓ ਸਾਨੂੰ ਜ਼ਰੂਰਤ ਹੈ ਕਿ ਅਸੀਂ ਜੇ ਸੰਗਤ ਗੁਰੂ ਦੀ ਕਰਨੀ ਆ ਤੇ ਉਹਦੇ ਵਾਸਤੇ ਸਾਡੇ ਪਾਸ ਟਾਈਮ ਹੋਣਾ ਚਾਹੀਦਾ। ਜੇ ਸਾਡੇ ਪਾਸ ਸਮਾਂ ਹੀ ਨਹੀਂ, ਅਸੀਂ ਚਾਹੁੰਦੇ ਆ ਵੀ ਬਸ ਆਏ ਗਏ, ਗੱਡੀ ਖਿਲਾਰੀ, 2 ਮਿੰਟ ਮੱਥਾ ਟੇਕਿਆ ਤੇ ਚਲੇ ਗਏ, ਫੇਰ ਕਿਤੇ ਸਮਾਂ ਮਿਲਿਆ ਤੇ ਆਏ। ਤੇ ਜਿਹੜਾ ਗੁਰਮੁਖ ਪਿਆਰਿਓ ਇੰਨਾ ਅਸੀਂ ਪ੍ਰਚਾਰ ਦਾ ਪ੍ਰਬੰਧ ਕਰਦੇ ਆ, ਜਾਂ ਰਾਗੀ ਜਥੇ ਆਉਂਦੇ, ਢਾਡੀ ਜਥੇ ਆਉਂਦੇ, ਪ੍ਰਚਾਰਕ ਆਉਂਦੇ ਆ। ਔਰ ਕਈ ਵਾਰ ਖਿਮਾ ਕਰਨਾ ਅਸੀਂ ਗੁਰਦੁਆਰਿਆਂ ਦੇ ਵਿੱਚ ਵੇਖਦਾ ਕਿ ਕੱਲੇ ਰਾਗੀ ਤੇ ਕੱਲੇ ਢਾਡੀ ਤੇ ਕੱਲੇ ਪ੍ਰਚਾਰਕ ਸਟੇਜਾਂ ਤੇ ਪ੍ਰਚਾਰ ਕਰ ਰਹੇ ਹੁੰਦੇ ਆ, ਅੱਗੇ ਸਰੋਤਾ ਕੋਈ ਵੀ ਨਹੀਂ ਆਉਂਦਾ। ਫਿਰ ਉਹ ਕਿਹਨੂੰ ਸੁਣਾਉਣਾ, ਕਿਹਦੇ ਵਾਸਤੇ ਕੀਤਾ? ਜੇ ਇੰਨਾ ਇੰਤਜ਼ਾਮ ਹੁੰਦਿਆਂ ਹੋਇਆਂ ਵੀ ਸੰਗਤ ਜਿਹੜੀ ਆ ਉਹ ਗੁਰਮੁਖ ਪਿਆਰਿਓ ਗੁਰਦੁਆਰਿਆਂ ਦੇ ਵਿੱਚ ਸਾਡੇ ਨਾਲ ਸਹਿਯੋਗ ਨਾ ਬਖਸ਼ੇ ਤੇ ਨਾ ਗੁਰੂ ਦੀ ਗੋਦ ਵਿੱਚ ਆਣ ਕੇ ਬਹਿ ਕੇ ਉਹ ਸੁਣਨ ਦਾ ਹੀ ਯਤਨ ਕਰਨ, ਤੇ ਫਿਰ ਇਹਨਾਂ ਚੀਜ਼ਾਂ ਦਾ ਦੱਸੋ ਲਾਭ ਕੀ ਆ? ਸਿਰਫ ਇੱਕ ਕਰਮਕਾਂਡ, ਇੱਕ ਵਿਖਾਵਾ। ਔਰ ਸਤਿਗੁਰ ਦੀ ਕਿਰਪਾ ਦੇ ਨਾਲ ਮੈਂ ਜਿਹੜਾ ਸ਼ਬਦ ਤੁਹਾਡੇ ਨਾਲ ਸਾਂਝਾ ਕੀਤਾ ਸੀ ਨਾ, ਉਹ ਭਗਤ ਕਬੀਰ ਜੀ ਨੇ ਇਹੋ ਹੀ ਕਿਹਾ ਸੀ ਕਿ ਵੇਖੋ ਅੰਧਿਆਰੇ ਦੀਪਕ ਚਾਹੀਏ, ਇੱਕ ਬਸਤਕ ਗੋਚਰ ਲਈਏ, ਬਸਤਕ ਗੋਚਰ ਪਾਈ ਕੱਢ ਦੀਪ। ਕਹੋ ਕਬੀਰ ਅਬ ਜਾਣਿਆ, ਕਹਿੰਦੇ ਹੁਣ ਮੈਨੂੰ ਪਤਾ ਲੱਗਾ, ਜਬ ਜਾਣਿਆ ਤੋ ਮਨ ਮਾਨਿਆ, ਫਿਰ ਮੇਰਾ ਮਨ ਮੰਨਿਆ। ਕਹਿੰਦੇ ਜੇ ਮਨ ਮਾਨੇ ਦੋਗਣਾ ਭਤੀਜਾ, ਜੇ ਮੇਰਾ ਮਨ ਮੰਨੇਗਾ ਕਿ ਰੱਬ ਇਸ ਤਰ੍ਹਾਂ ਖੁਸ਼ ਆ ਤੇ ਮੈਨੂੰ ਲੋਕਾਂ ਦੀ ਪਰਵਾਹ ਹੀ ਨਹੀਂ ਹੈਗੀ। ਇਸ ਕਰਕੇ ਗੁਰਮੁਖ ਪਿਆਰਿਓ ਯਤਨ ਤੇ ਕਰੋ, ਅਸੀਂ ਗੁਰੂ ਦੀ ਖੁਸ਼ੀ ਕਿਵੇਂ ਪ੍ਰਾਪਤ ਕਰਦੇ ਹਾਂ। ਅਸੀਂ ਤਾਂ ਗੁਰੂ ਦੀ ਖੁਸ਼ੀ ਦੀ ਬਜਾਏ ਅਸੀਂ ਲੋਕਾਂ ਦੀ ਖੁਸ਼ੀ ਲੈ ਰਹੇ ਹਾਂ। ਤੇ ਸਤਿਗੁਰੂ ਕਹਿੰਦੇ ਦੁਨੀਆ ਕਾਰਨ ਦੀਨ ਗਵਾਇਆ, ਵੀ ਦੁਨੀਆ ਦੇ ਕਾਰਨ ਤੇ ਗੱਲ ਨਹੀਂ ਬਣਨੀ। ਗੱਲ ਤੇ ਉਦੋਂ ਬਣਨੀ ਜਦੋਂ ਅਸੀਂ ਗੁਰੂ ਨਾਲ ਜੜਾਂਗੇ। ਤੇ ਗੁਰੂ ਨਾਲ ਜੁੜਨ ਦਾ ਸਿਧਾਂਤ ਇੱਕੋ ਹੀ ਆ ਕਿ ਉਹਦੀ ਬਾਣੀ ਨਾਲ ਜੁੜਨਾ। ਮੈਂ ਤਾਂ ਬੇਨਤੀ ਕਰਿਆ ਕਰਦਾ ਗੁਰਮੁਖ ਪਿਆਰਿਓ, ਬਾਣੀ ਸਤਿਗੁਰ ਨੇ ਸਾਰਿਆਂ ਨੂੰ ਆਪ ਪੜ੍ਹਨ ਵਾਸਤੇ ਦਿੱਤੀ। ਗਾਵੋ, ਸੁਣੋ, ਪੜੋ ਨਿਤ ਭਾਈ। ਹਰ ਇੱਕ ਨੂੰ ਵੀ ਹਰ ਇੱਕ ਨੇ ਆਪ ਬਾਣੀ ਪੜ੍ਹਨੀ, ਆਪ ਸੁਣਨੀ, ਆਪ ਹੀ ਗਾਉਣੀ ਆ। ਤੇ ਹੁਣ ਰੁਝਾਨ ਕੀ ਬਣ ਗਿਆ ਵੀ ਪੜ੍ਹਨ ਵਾਸਤੇ, ਪੜ੍ਹਾਉਣ ਵਾਸਤੇ ਵੀ ਸਾਨੂੰ ਚਾਹੀਦਾ। ਔਰ ਹੁਣ ਤੇ ਸੁਖਮਨੀ ਸਾਹਿਬ ਦੀ ਪਾਠ ਦੀ ਖਿਮਾ ਕਰਨਾ, ਅੱਜ ਸੁਖਮਨੀ ਸਾਹਿਬ ਦੇ ਪਾਠ ਦੀ ਭਰਮਾਰ ਬੜੀ ਹੋ ਗਈ। ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਸੁਖਮਨੀ ਸਾਹਿਬ ਦਾ ਪਾਠ ਆਇਆ ਕਿੱਥੋਂ। ਸੁਖਮਨੀ ਸਾਹਿਬ ਦਾ ਪਾਠ ਤੇ ਸਿੱਖ ਨੇ ਆਪ ਕਰਨਾ। ਹੁਣ ਜੇ ਸਿੱਖ ਸੁਖਮਨੀ ਸਾਹਿਬ ਦਾ ਪਾਠ ਵੀ ਨਹੀਂ ਕਰ ਸਕਦਾ, ਜੇ ਸਿੱਖ ਜਪਜੀ ਸਾਹਿਬ ਦੀ ਬਾਣੀ ਵੀ ਨਹੀਂ ਪੜ੍ਹ ਸਕਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਤੇ ਇੱਕ ਵੱਖਰੀ ਆ, ਉਹਨੂੰ ਤੇ ਲੱਗਣਾ ਟਾਈਮ। ਤੇ ਜਿਹੜਾ ਨੇਤ ਬੰਦੇ ਨੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੀ, ਅੱਜ ਸਿੱਖ ਗੁਰਮੁਖ ਪਿਆਰਿਓ ਸੁਖਮਨੀ ਸਾਹਿਬ ਦੀ ਬਾਣੀ ਅੱਜ ਕੀ ਹੋ ਰਿਹਾ ਗੁਰਦੁਆਰਿਆਂ 'ਚ, ਇੰਨਾ ਪ੍ਰਵਾਹ ਚੱਲ ਰਿਹਾ। ਖਿਮਾ ਕਰਨਾ ਗੁਰਦੁਆਰਿਆਂ 'ਚ ਘਰ ਨਵਾਂ ਬਣਦਾ ਕਿਸੇ ਦਾ, ਅਸੀਂ ਜੇ ਸੁਖਮਨੀ ਕਰਾਉਣਾ, ਜੇ ਕਿਸੇ ਨੇ ਪ੍ਰੋਗਰਾਮ ਨੇ ਜੀ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ, ਕੀਰਤਨ ਨੇ ਜੀ ਕੀਰਤਨ ਦੀ ਲੋੜ ਨਹੀਂ, ਸੁਖਮਨੀ ਸਾਹਿਬ ਹੀ ਇਕੱਲਾ ਬਹੁਤ ਹੈ। ਤੇ ਖਿਮਾ ਕਰਨਾ ਜੇ ਗੁਰਦੁਆਰੇ ਵੀ ਕੀਰਤਨ ਬੁੱਕ ਕੀਤਾ, ਗੁਰੂ ਕੇ ਲੰਗਰਾਂ ਦੀ ਸੇਵਾ ਬੁੱਕ ਕੀਤੀ, ਉੱਥੇ ਵੀ ਲੋਕਾਂ ਵੱਲੋਂ, ਸੰਗਤਾਂ ਵੱਲੋਂ ਇਹ ਹੁਕਮ ਆ ਰਿਹਾ ਵੀ ਵੇਖੋ ਜੀ ਅਸੀਂ ਕੀਰਤਨ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ। ਲੇਕਿਨ ਸੁਖਮਨੀ ਸਾਹਿਬ ਦੇ ਪਾਠ ਦਾ ਸਿਧਾਂਤ ਕੀ ਆ ਇਹ ਸਾਨੂੰ ਨਹੀਂ ਪਤਾ। ਕਾਰਨ ਕੀ ਆ? ਮੈਂ ਤੁਹਾਨੂੰ ਬੇਨਤੀ ਕਰਾਂ, ਸਿੱਖ ਜਗਤ ਦੇ ਵਿੱਚ ਅੱਜ ਤੱਕ ਜਿਉਂ ਸਿੱਖ ਪੈਦਾ ਹੋਇਆ ਤੇ ਹੁਣ ਤੱਕ ਇਹੋ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਕਿ ਸਿੱਖ ਨੂੰ ਇਹਦੇ ਸਿਧਾਂਤ ਨਾਲੋਂ ਕਿਵੇਂ ਤੋੜਿਆ ਜਾਵੇ। ਔਰ ਇਹਨੂੰ ਤੋੜਨ ਦਾ ਯਤਨ ਜਿਹੜਾ ਸੀ ਅੱਜ ਦੀਆਂ ਤਾਕਤਾਂ ਵੀ ਕਰ ਰਹੀਆਂ ਨੇ ਔਰ ਹੋ ਰਿਹਾ। ਉਹ ਕਿਹੜੇ ਰੂਪ ਵਿੱਚ ਬੈਠੇ ਨੇ ਉਹ ਸਾਨੂੰ ਨਹੀਂ ਪਤਾ। ਲੇਕਿਨ ਅੱਜ ਜੇ ਸੁਖਮਨੀ ਸਾਹਿਬ ਦੀ ਚੱਲ ਰਹੀ ਹੈ ਤੇ ਸਿਧਾਂਤ ਇਹੋ ਹੀ ਆ
ਭਈ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਤੋੜ ਕੇ ਸਿਰਫ ਸੁਖਮਨੀ ਸਾਹਿਬ ਦੇ ਨਾਲ ਜੋੜ ਦਿੱਤਾ ਜਾਵੇ। ਇਹ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦਾ ਰਵੇ ਤੇ ਬਾਕੀ ਜਿਹੜਾ 1430 ਅੰਕ ਸਤਿਗੁਰ ਨੇ ਉਪਦੇਸ਼ ਬਖਸ਼ਿਸ਼ ਕੀਤਾ ਇਹਦੇ ਤੋਂ ਬਿਲਕੁਲ ਅਣਜਾਣ ਹੋ ਜਾਏ, ਤਾਂ ਬਸ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇ। ਹੁਣ ਗੁਰਦੁਆਰਿਆਂ ਦੇ ਵਿੱਚ ਵੀ ਗੁਰਮੁਖ ਪਿਆਰਿਓ 40-40 ਦਿਨ ਜਿਹੜਾ ਵਾਹਿਗੁਰੂ ਦਾ ਜਾਪ ਹੁੰਦਾ ਤੇ ਸਿਰਫ ਇਹ ਵਾਹਿਗੁਰੂ ਨਾਲ ਹੀ ਜੁੜ ਜੇ ਸਿਮਰਨ ਦੇ ਨਾਲ। ਤੇ ਬਾਕੀ ਜਿਹੜਾ ਗੁਰਮੁਖ ਪਿਆਰਿਓ ਹੁਣ ਕੈਨੇਡਾ ਦਾ ਦੁਨੀਆ ਇੰਡੀਆ 'ਚ ਬੈਠਾ ਲੋਕ ਵੀ ਕਹਿੰਦਾ ਕੈਨੇਡਾ ਜੀ, ਪਰ ਕੈਨੇਡਾ ਦੇ ਵਿੱਚ ਕੋਈ ਆ ਕੇ ਤੇ ਫੇਰ ਹੀ ਪਤਾ ਲੱਗੂਗਾ ਕਿ ਕੈਨੇਡਾ ਕੀ ਹੈ। ਬਿਲਕੁਲ। ਹੁਣ ਜੇ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਬਾਣੀ ਨੂੰ ਪੜਾਂਗੇ ਨਹੀਂ ਤੇ ਸਾਨੂੰ ਜਿਹੜਾ ਵਾਹਿਗੁਰੂ ਦਾ ਸਿਮਰਨ ਅਸੀਂ ਕਰਦੇ ਉਹਦੇ ਸਿਧਾਂਤ ਦਾ ਸਾਨੂੰ ਕਿੱਥੋਂ ਪਤਾ ਲੱਗੇਗਾ। ਠੀਕ, ਅਸੀਂ ਸਿਰਫ ਇੱਕੋ ਹੀ ਰਟਨ ਜਿਹੜਾ ਸ਼ੁਰੂ ਉਹ ਕਰ ਦਿੱਤਾ ਵੀ ਬਸ ਵਾਹਿਗੁਰੂ 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 ਦਾ ਜਾਪ ਕਰੋ। ਇਹ ਕਰਨਾ ਕੋਈ ਮਾੜਾ ਨਹੀਂ, ਹਰ ਇੱਕ ਦਾ ਇੰਡੀਵਿਜੂਅਲ ਜਿੰਨਾ ਮਰਜ਼ੀ ਕੋਈ ਜਾਪ ਕਰੇ, ਕਰਨਾ ਚਾਹੀਦਾ, ਵੱਧ ਤੋਂ ਵੱਧ ਕਰਨਾ ਚਾਹੀਦਾ ਸਿਮਰਨ ਜਿੰਨਾ ਹੋ ਸਕੇ। ਪਰ ਇਹ ਗੱਲ ਨਹੀਂ ਨਾ ਵੀ ਜਿਹੜੀ ਇੰਨੀ ਬਾਣੀ, ਕਿਉਂਕਿ ਕੀਰਤਨ ਕਰਨਾ ਵੀ ਸਿਮਰਨ ਹੈ, ਬਿਲਕੁਲ, ਪਾਠ ਕਰਨਾ ਵੀ ਸਿਮਰਨ ਹੈ, ਸ਼ਬਦ ਸੁਣਨਾ ਵੀ ਸਿਮਰਨ ਹੈ, ਸ਼ਬਦ ਪੜ੍ਹਨਾ ਵੀ ਸਿਮਰਨ ਹੈ। ਗੁਰੂ ਬਾਣੀ ਸਾਰੀ ਸਿਮਰਨ ਰੂਪ ਦੇ ਵਿੱਚ ਹੈ, ਕਿਉਂਕਿ ਉਹਦੇ ਵਿੱਚ ਇੱਕ ਇੱਕ ਸ਼ਬਦ ਸਾਨੂੰ ਇਹੋ ਹੀ ਗੱਲ ਕਰਦਾ ਕਿ ਗੁਰਮੁਖ ਪਿਆਰਿਆ ਤੂੰ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਕਿਵੇਂ ਜੁੜਨਾ। ਤੇ ਸਤਿਗੁਰ ਵੀ ਕਹਿੰਦੇ ਨੇ ਇਹ ਮਨ ਹਰਿ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਹਰਿ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਸਤਿਗੁਰ ਤੇ ਵੀ ਕਿ ਬ੍ਰਹਮ ਮਿੰਦੇ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਤੇ ਕਰਮ ਕਾਂਡਾਂ ਦੀ ਗੱਲ ਜਿਹੜੀ ਕੀਤੀ ਸਤਿਗੁਰ ਨੇ ਉਹ ਸਾਰੀਆਂ ਕੀਤੀਆਂ। ਗੁਰਮੁਖ ਪਿਆਰਿਓ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਜਨਾਂ ਸੋ ਸੰਗ ਨ ਛੁਟਕੇ, ਅਧਿਕਾਉ ਬੁੱਧ ਬਾਧੇ, ਪਿਆਰੇ ਅਨ ਬਿਨ ਮਿਲਣਾ ਜਾਏ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਮੋਨ ਪਿਓ ਕਰਪਾਤੀ ਰਿਓ, ਨਗਨ ਫਿਰਿਓ ਬਨ ਮਾਹੀ, ਤੜ ਧਰਤੀ ਸਭ ਧਰਤੀ ਪਰ ਮੈਂ ਦੁਬਦਾ ਛੁਟਕੇ ਨਾਹੀ, ਮਨ ਕਾਮਣਾ ਤੀਰਥ ਦਾ ਬਸਿਓ, ਸਿਰ ਕਰ ਵਰ ਧਰਾਏ, ਮਨ ਕੀ ਮੈਲ ਨਾ ਉਤਰੇ, ਵਿੱਚ ਦੇ ਲੱਖ ਜਤਨ, ਕਨਕ ਕਾਮਣੀ ਹੈਵਰ ਗੈਵਰ, ਬਹੁ ਬਿਦਾਨ ਦਤਾਰਾ, ਅਨਕ ਵਸਤਰ ਬੌਨ ਭੂੰਬਰ, ਨੈਮਿਲੀ ਹਰ ਦੌਰਾ, ਪੂਜਾ ਅਰਚਾ, ਕਿਹੜੀਆਂ ਗੱਲਾਂ ਦੱਸੀਆਂ। ਤੇ ਸਤਿਗੁਰ ਨੇ ਅਖੀਰ ਦੇ ਵਿੱਚ ਜਿਹੜੀ ਗੱਲ ਕਰਨੀ ਉਹਦੀ ਗੱਲ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਗੱਲ ਤੇ ਕੀਰਤੀ ਦੀ ਆ, ਗੱਲ ਤੇ ਨਾਮ ਸਿਮਰਨ ਤੇ ਬੰਦਗੀ ਭਗਤੀ ਦੀ ਆ। ਮਨੁੱਖ ਜੇ ਖੁਦ ਨਹੀਂ ਕਰਦਾ ਤੇ ਗੁਰਮੁਖ ਪਿਆਰਿਓ ਇਹਦੀ ਜੀਵਨ ਦੀ ਸਫਲਤਾ ਨਹੀਂ। ਔਰ ਸਤਿਗੁਰ ਨੇ ਬਾਣੀ 'ਚ ਕਿਹਾ ਵੀ ਆ ਕਿ ਤੂੰ ਗੁਰਮੁਖ ਪਿਆਰਿਆ ਖੁਦ ਆਪ ਕਰਨਾ, ਜੇ ਤੂੰ ਆਪ ਨਹੀਂ ਕੀਤਾ ਤੇ ਦੂਜੇ ਕੀਤੇ ਦਾ ਤੈਨੂੰ ਲਾਭ ਵੀ ਕੀ ਹੋਣਾ। ਬਿਲਕੁਲ ਜੀ, ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਇਸ ਨੂੰ ਅਸੀਂ ਅਗਲੇ ਐਪੀਸੋਡ ਵਿੱਚ ਕੰਟੀਨਿਊ ਰੱਖਾਂਗੇ, ਕਿਉਂਕਿ ਇਹ ਬਹੁਤ ਜ਼ਿਆਦਾ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈਗਾ ਕਿ ਅਸੀਂ ਇਹ ਚੀਜ਼ਾਂ ਵੇਖਦੇ ਹਾਂ, ਪਰ ਅੱਜ ਤਾਂ ਇਹੀ ਸਿਰਫ ਕਹਿ ਕੇ ਗੱਲ ਮੁਕਾ ਦਿੱਤੀ ਜਾਂਦੀ ਕਿ ਗੁਰਦੁਆਰੇ ਆਓ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰੋ। ਇੱਥੋਂ ਤੱਕ ਹੀ ਇਹ ਸੀਮਤ ਅਸੀਂ ਕਰਦੇ ਨੇ। ਅਗਲੇ ਐਪੀਸੋਡ ਵਿੱਚ ਇਹ ਜਿਹੜੇ ਇਸ਼ੂਜ਼ ਨੂੰ ਤੁਸੀਂ ਰੇਜ਼ ਕੀਤਾ ਇਹਦੇ ਬਾਰੇ ਹੁਣ ਕੀ ਸੋਲੂਸ਼ਨ, ਕਿਉਂਕਿ ਤੁਸੀਂ ਜਿਹੜਾ ਐਮਫਸਾਈਜ਼ ਕੀਤਾ ਕਿ ਗੁਰੂ ਨੇ ਤਾਂ ਸਾਨੂੰ ਆਪਣੇ ਜੀਵਨ ਵਿੱਚ ਇਹ ਚੀਜ਼ਾਂ ਨੂੰ ਲਾਗੂ ਕਰਨ ਦੀ ਗੱਲ ਕੀਤੀ, ਕਿਵੇਂ ਕਰਨੀ ਇਸ ਦੇ ਬਾਰੇ ਹੋਰ ਤੁਹਾਡੇ ਤੋਂ ਅਗਲੇ ਹਫ਼ਤੇ ਸਾਂਝ ਪਾਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਜਗਦੀਸ਼ ਸਿੰਘ ਜੀ ਨੇ ਅੱਜ ਜਿਹੜੇ ਟੌਪਿਕਸ ਨੂੰ ਛੂਹਿਆ ਹੈ, ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਸ ਵਾਸਤੇ ਅਸੀਂ ਸਭ ਕੁਝ ਵੇਖ ਰਹੇ ਹਾਂ ਗੁਰਦੁਆਰਿਆਂ ਵਿੱਚ ਜੋ ਕੁਝ ਚੱਲ ਰਿਹਾ ਹੈ, ਪਰ ਅੱਜ ਅਸੀਂ ਚੁੱਪ ਬੈਠੇ ਹਾਂ, ਅਵੇਸਲੇ ਹੋ ਗਏ। ਅਸੀਂ ਗੁਰੂ ਦੇ ਸਿਧਾਂਤ ਦੀ ਗੱਲ ਤਾਂ ਕਰਦੇ ਹਾਂ, ਅਸੀਂ ਗੁਰੂ ਦੀ ਬਖਸ਼ਿਸ਼ ਦੀ ਗੱਲ ਕਰਦੇ ਹਾਂ, ਅਸੀਂ ਇਹ ਤਾਂ ਜ਼ਰੂਰ ਕਹਿੰਦੇ ਕਿ ਅਸੀਂ ਸਿੱਖ ਹਾਂ, ਨਮਸਤਕ ਹੁੰਦੇ ਹਾਂ, ਪਰ ਜਿਹੜੀ ਇਹਨਾਂ ਨੇ ਇਹ ਹਕੀਕਤ ਦੀ ਗੱਲ ਕੀਤੀ ਜਿਸ ਨੂੰ ਕਿ ਕੌੜਾ ਸੱਚ ਮੈਂ ਕਹਾਂਗਾ, ਕਿਉਂਕਿ ਇਹ ਗੱਲ ਵੀ ਕੋਈ ਹੀ ਬੰਦਾ ਕਰਦਾ ਹੈ। ਅਤੇ ਇਸ ਵਾਸਤੇ ਆਓ ਜਾਗੀਏ। ਗੁਰੂ ਨੇ ਜਿਹੜੀ ਸਾਨੂੰ ਸੋਚ ਦਿੱਤੀ ਸੀ ਇੱਕ ਹੋਰ ਮਕਸਦ ਨਾਲ ਦਿੱਤੀ ਸੀ, ਇੱਕ ਇੰਟਰਨਲੀ ਆਪਣੇ ਆਪ ਨੂੰ ਚੇਂਜ ਕਰਨ ਦੀ ਗੱਲ ਕੀਤੀ ਸੀ। ਅੰਗਰੇਜ਼ੀ ਵਿੱਚ ਲਫ਼ਜ਼ ਆਉਂਦਾ ਹੈ ਪੈਰਾਡਾਈਮ ਸ਼ਿਫਟ, ਯਾਨੀ ਕਿ ਇੱਕ ਸੋਚ ਜਿਹੜੀ ਪ੍ਰਚਲਿਤ ਸੀ ਉਸ ਤੋਂ ਅਲੱਗ ਹਟ ਕਰਕੇ ਇੱਕ ਕਿਹਾ ਕਿ ਆਪਣੇ ਜੀਵਨ ਵਿੱਚ ਉਹ ਬਦਲਾਅ ਲਿਆਓ। ਪਰ ਕੀ ਇਹ ਸਾਰਾ ਕੁਝ ਕਰਨ ਨਾਲ ਸਾਡੇ ਜੀਵਨ ਵਿੱਚ ਬਦਲਾਅ ਆ ਰਿਹਾ ਹੈ ਜਾਂ ਫਿਰ ਸਿਰਫ ਕਰਮ ਕਾਂਡਾਂ 'ਚ ਅਸੀਂ ਹੋਰ ਫਸਦੇ ਜਾ ਰਹੇ ਹਾਂ? ਇਸ ਬਾਰੇ ਅਗਲੇ ਹਫ਼ਤੇ ਤੁਹਾਡੇ ਨਾਲ ਸਾਂਝ ਪਾਵਾਂਗੇ। ਕਰਦੇ ਹਾਂ ਇਸ ਹਿੱਸੇ ਦੀ ਇੱਥੇ ਹੀ ਸਮਾਪਤੀ। ਆਪ ਸਭ ਦਾ ਧੰਨਵਾਦ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ। 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਇਹ ਐਪੀਸੋਡ ਜਿਹੜੇ ਅਸੀਂ ਤੁਹਾਡੇ ਤੱਕ ਲਿਆਉਂਦੇ ਹਾਂ, ਕਈ ਵਾਰੀ ਤੁਸੀਂ ਜੇਕਰ ਮਿਸ ਕਰ ਜਾਂਦੇ ਹੋ ਤਾਂ youtube.com/harpreet ਸਿੰਘ ਸ਼ੋਅ ਤੇ ਵੀ ਜਾ ਕੇ ਦੇਖ ਸਕਦੇ ਹੋ। ਇਹ ਜੋ ਅੱਜ ਇਸ਼ੂ ਲਿਆ, ਇਸ ਬਾਰੇ ਕੋਈ ਸਵਾਲ ਹੋਵੇ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ। ਅਸੀਂ ਭਾਈ ਸਾਹਿਬ ਜੀ ਤੋਂ ਉਸ ਦਾ ਜਵਾਬ ਲੈ ਕੇ ਤੁਹਾਡੇ ਤੱਕ ਜ਼ਰੂਰ ਹਾਜ਼ਰ ਹੋਵਾਂਗੇ। ਸੋ ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।